कीनो नानक लाज बिरद की राखो। नाम तुहारो लीनो स्वान पूछ ज्यों भयो ना सूदो। बहुत जतन मैं कीनो नानक लाज बिरद की राखो। नाम तुहारो लीनो वाहिगुरु जी का खालसा वाहिगुरु जी की फतेह। परम सत्कारयोग जुगो जुग अटल दीदने अदब पतत पावन भगत वशल कृपा निधान। बख्शिशां दे दाते रहमतां दे खजाने मेहरां दा मींह बरसाउण वाले गुरु गरीब निवाज। सर्ब सुख संपन्न सर्ब दुख हरता चार पदार्थां के दाते। दसां पातशाहियां दी जागत जोत धन धन साहिब श्री गुरु ग्रंथ साहिब महाराज जी दी पावन पवित्र बारगाह दे अंदर सुभाईमान अमृत वेले तो हाजरियां लवा रहे गुरु सवारे सतसंगी जनों। वडभागे हो जिन्हां ते मालिक ने नदरी रहमत करके अमृत वेले दी दात उपरंत गुरु की गोद विच जुड़न दा ये सुभाग समा बख्शिश होया है। बड़े ही प्यार अदब सहित आप जी ने गुरु सवारियां पासों रब्बी जस कीर्तन रूप विच श्रवण कीता है। शब्द श्रवण करवा के गए ने धन सू वेला जित दर्शन करना। हों बलिहारी सतगुर चरना कि ਉਹ ਵੇਲਾ ਉਹ ਸਮਾਂ ਧਨਤਾ ਯੋਗ ਹੈ ਜਿਸ ਵੇਲੇ ਅਸੀਂ ਗੁਰੂ का ਦੀਦਾਰ ਕਰਦੇ ਹਾਂ। ਧਨ ਸੂ ਵੇਲਾ ਜਿਤ ਦਰਸ਼ਨ ਕਰਨਾ ਜਿਸ ਵੇਲੇ ਗੁਰੂ का ਦੀਦਾਰ ਪ੍ਰਾਪਤ ਹੁੰਦਾ ਹੈ ਉਹ ਵੇਲਾ ਉਹ ਸਮਾਂ ਧਨਤਾ ਯੋਗ ਹੋ ਜਾਂਦਾ ਹੈ। ਹੋਂ ਬਲਿਹਾਰੀ ਸਤਿਗੁਰ ਚਰਨਾ ਤੇ ਮੈਂ ਗੁਰੂ ਕੇ ਚਰਨਾਂ ਤੋਂ ਬਲਿਹਾਰ ਕੁਰਬਾਨ ਜਾਨਾ। ਪਾਤਸ਼ਾਹ ਕਹਿੰਦੇ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ। ਪਾਤਸ਼ਾਹ ਕਹਿੰਦੇ ਉਹ ਵੇਲਾ ਉਹ ਘੜੀ ਉਹ ਮਹੂਰਤ ਉਹ ਸਮਾਂ ਉਹ ਭਲਾ ਹੈ ਤੇ ਸਫਲ ਹੈ। ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ। ਧਨ ਸੋ ਦਿਨ ਸੇ ਸੰਜੋਗੜਾ ਜਿਤ ਡਿਠਾ ਗੁਰ ਦਰਸਾ। ਉਹ ਦਿਨ ਸੁਭਾਗਾਂ ਵਾਲਾ ਉਹ ਘੜੀ ਉਹ ਵੇਲਾ ਉਹ ਮਹੂਰਤ ਉਹ ਸਮਾਂ ਉਹ ਭਾਗਾਂ ਵਾਲਾ ਹੈ ਜਦੋਂ ਗੁਰੂ का ਦੀਦਾਰ ਹੁੰਦਾ ਹੈ। ਸੋ ਵਡਭਾਗੇ ਹੋ ਜਿਹੜੇ ਮਨੁੱਖਾ ਜਾਮੇ ਦੇ ਕੀਮਤੀ ਸਮੇਂ ਤੇ ਸਵਾਸਾਂ ਨੂੰ ਸਫਲ ਕਰ ਰਹੇ ਹੋ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਸ਼ੋਭਤ ਮਾਨਨਾ ਕਰ ਰਹੇ ਹੋ। ਆਓ ਜਿੱਥੇ ਬੜੇ ਪਿਆਰ ਅਦਬ ਸਹਿਤ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਫੁਰਕੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਆਓ ਬਖਸ਼ੇ ਹੋਏ ਸਮੇਂ ਮੁਤਾਬਕ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਮਨੋਬਿਰਤੀਆਂ ਇਕਾਗਰ ਕਰਦੇ ਹੋਏ ਆਪੋ ਆਪਣੀ ਹਾਜ਼ਰੀ ਸਾਹਿਬਾਂ ਦੇ ਚਰਨਾਂ ਵਿੱਚ ਲਵਾਉਂਦੇ ਹੋਏ ਕਰੋ ਰਸਨਾ ਪਵਿੱਤਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਦਾ ਜੋ ਮੁਬਾਰਕ ਹੁਕਮ ਸਾਹਿਬਾਨ ਨੇ ਸਾਡੀ ਝੋਲੀ ਪਾਇਆ। ਸੂਰ ਠਾਕ ਅੰਦਰ ਨੌਵੇਂ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 633 ਤੇ ਸੁਭਾਈਮਾਨ ਹੈ।
ਗੁਰਦੇਵ ਬਖਸ਼ਿਸ਼ ਕਰ ਰਹੇ। ਪਹਿਲੇ ਬੰਦ ਜਿਹੜਾ ਉਹ ਰਹਾਉ ਦਾ ਹੈ। ਪਾਤਸ਼ਾਹ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ ਰਹਾਉ। ਅੱਜ ਦੇ ਪਾਵਨ ਹੁਕਮ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਅਟਲ ਸੱਚਾਈ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਆ, ਜਿਸ ਸੱਚਾਈ ਨੂੰ ਮਨੁੱਖ ਕਬੂਲਣਾ ਨਹੀਂ ਚਾਹੁੰਦਾ, ਜਿਸ ਸੱਚਾਈ ਨਾਲ ਮਨੁੱਖ ਜੁੜਨਾ ਨਹੀਂ ਚਾਹੁੰਦਾ ਤੇ ਜਿਸ ਸੱਚ ਨੂੰ ਮਨੁੱਖ ਸਮਝਣਾ ਨਹੀਂ ਚਾਹੁੰਦਾ, ਪਰ ਜਿਉਂ ਹੀ ਸਮਾਂ ਆਉਂਦਾ ਕਿਤੇ ਠੋਕਰ ਵੱਜਦੀ ਹੈ, ਜਦੋਂ ਸੱਚ ਸਾਹਮਣੇ ਹੁੰਦਾ ਹੈ, ਫਿਰ ਇਹ ਮਨੁੱਖ ਮੰਨਦਾ ਹੈ ਕਿ ਵਾਕਿਆ ਗੁਰੂ ਕੀ ਬਾਣੀ ਸੱਚ ਕਹਿ ਰਹੀ ਹੈ। ਅਸੀਂ ਮੰਨਦੇ ਨਹੀਂ, ਪਰ ਜਿਉਂ ਹੀ ਜੀਵਨ ਵਿੱਚ ਵਾਪਰਦਾ ਫਿਰ ਮਨੁੱਖ ਨੂੰ ਇਹ ਸਮਝ ਪੈਂਦੀ ਕਿ ਗੁਰੂ ਕੀ ਬਾਣੀ ਸੱਚ ਹੈ। ਗੁਰਮੁਖੋ ਇਹ ਬਾਣੀ ਨਰੋਲ ਸੱਚ, ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਆਦ ਵਿੱਚ ਵੀ ਸੱਚ ਸੀ, ਅੱਜ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਇੱਕੋ ਇੱਕ ਸੱਚ ਰਹਿਣਾ। ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ। ਓੜਕ ਸੱਚ ਰਹੇ, ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੇ। ਝੂਠ ਦੇ ਖਤਮ ਹੋ ਜਾਣ, ਓੜਕ ਸੱਚ ਰਹਿਣਾ। ਤੇ ਇਸ ਸੱਚ ਨਾਲ ਗੁਰਦੇਵ ਸਾਨੂੰ ਜੋੜਨਾ ਚਾਹੁੰਦੇ ਆ, ਅਸੀਂ ਜੁੜਨਾ ਨਹੀਂ ਚਾਹੁੰਦੇ। ਗੁਰਦੇਵ ਸਾਨੂੰ ਆਪਣੇ ਚਰਨਾਂ ਨਾਲ, ਨਿਰੋਲ ਸੱਚ ਨਾਲ, ਬਾਣੀ ਨਾਲ ਜੋੜਨਾ ਚਾਹੁੰਦੇ, ਅਸੀਂ ਸੰਸਾਰ ਨਾਲ ਜੁੜਨਾ ਚਾਹੁੰਦੇ। ਗੁਰੂ ਸਾਨੂੰ ਧਰਮ ਨਾਲ ਜੋੜਦਾ, ਅਸੀਂ ਧੰਦੇ ਨਾਲ ਜੁੜਨਾ ਚਾਹੁੰਦੇ। ਗੁਰੂ ਪਰਮਾਰਥ ਨਾਲ ਜੋੜਨਾ ਚਾਹੁੰਦਾ, ਅਸੀਂ ਪਦਾਰਥਾਂ ਨਾਲ ਜੁੜਨਾ ਚਾਹੁੰਦੇ। ਸਾਡੀ ਚਾਹਤ ਜਿਹੜੀ ਉਹ ਹੋਰ ਹੋ ਚੁੱਕੀ ਹੈ, ਸਾਡੀ ਖੁਆਇਸ਼ ਕੁਝ ਹੋਰ ਹੋ ਚੁੱਕੀ ਹੈ, ਸਾਡੀਆਂ ਕਾਮਨਾਵਾਂ ਤੇ ਭਾਵਨਾਵਾਂ ਕੁਝ ਹੋਰ ਨੇ। ਉਹਨਾਂ ਕਾਰਨ ਹੀ ਸਾਡੀ ਗੁਰੂ ਨਾਲ ਬਣਦੀ ਨਹੀਂ। ਇਹ ਵਿੱਚ ਦੀਵਾਰ ਹੈ ਬਹੁਤ ਵੱਡੀ। ਤੋ ਗੁਰਦੇਵ ਅੱਜ ਇਹ ਅਟਲ ਸੱਚਾਈ ਸਮਝਾ ਰਹੇ, ਭਾਈ ਇਹ ਜਗ ਮੀਤ ਨਾ ਦੇਖਿਓ ਕੋਈ। ਪਾਤਸ਼ਾਹ ਕਹਿੰਦੇ ਮੈਂ ਸੰਸਾਰ ਵਿੱਚ ਮਿੱਤਰ ਕੋਈ ਵੀ ਨਹੀਂ ਵੇਖਿਆ। ਮਿੱਤਰ ਕਿਸ ਲਈ ਬਣਾਏ ਜਾਂਦੇ ਆ? ਸਾਡੇ ਸੁੱਖਾਂ ਦੇ ਸਾਥੀ ਹੋਣ, ਦੁੱਖ ਵੇਲੇ ਸਾਡਾ ਸਾਥ ਦੇ ਸਕਣ। ਇਸੇ ਲਈ ਮਨੁੱਖ ਸੱਜਣ ਤੇ ਮਿੱਤਰ ਬਣਾਉਂਦਾ ਹੈ ਕਿ ਮੇਰੇ ਸੱਜਣ ਬਹੁਤ ਜ਼ਿਆਦਾ ਨੇ, ਦੁੱਖਾਂ ਵੇਲੇ ਮੇਰਾ ਸਾਥ ਦੇਣ ਤੇ ਸੁੱਖ ਵੇਲੇ ਮੇਰੇ ਸਾਥੀ ਹੋਣ। ਦੇਖੋ ਨਾ, ਸੁੱਖ ਵੇਲੇ ਅਸੀਂ ਇਕੱਠ ਕਰਦੇ ਹਾਂ, ਆਪਣੇ ਸੱਜਣਾ ਮਿੱਤਰਾਂ ਨੂੰ ਬੁਲਾਵੇ ਦਿੱਤੇ ਜਾਂਦੇ। ਅੱਜ ਮੇਰੇ ਘਰ ਖੁਸ਼ੀ ਦਾ ਸਮਾਗਮ, ਉਹ ਬੜੇ ਪਿਆਰ ਸਹਿਤ ਪਹੁੰਚਦੇ ਆ, ਸਾਡੀ ਖੁਸ਼ੀ 'ਚ ਵਾਧਾ ਹੁੰਦਾ ਹੈ। ਅਸੀਂ ਖੁਸ਼ੀ ਵੇਲੇ ਇਕੱਠ ਕਰਦੇ, ਦੋ ਵੇਲਿਆਂ 'ਤੇ ਇਕੱਠ ਕਰਦੇ ਹਾਂ ਤੇ ਇੱਕ ਦੁੱਖ ਵੇਲੇ ਵੀ। ਜਦੋਂ ਸਾਡੇ ਕਿਤੇ ਦੁੱਖ ਦਾ ਸਮਾਂ ਹੁੰਦਾ ਉਦੋਂ ਵੀ ਸੱਜਣ ਸਾਡੇ ਨਾਲ ਮਿਲਦੇ ਆ ਕੇ, ਉਹ ਇਸੇ ਵਾਸਤੇ ਇਕੱਠ ਕੇ ਸਾਡੇ ਦੁੱਖ ਨੂੰ ਵੰਡਾਉਣ ਆਉਂਦੇ ਆ। ਪਾਤਸ਼ਾਹ ਕਹਿੰਦੇ ਠੀਕ ਤੂੰ ਸੰਸਾਰੀ ਮਿੱਤਰਾਂ ਨਾਲ ਜੁੜ ਰਿਹਾ, ਪਰ ਇਹਨਾਂ 'ਚੋਂ ਅਸਲ ਸਾਥ ਦੇਣ ਵਾਲਾ ਕੋਈ ਨਹੀਂ। ਇਹ ਸਭ ਸੰਸਾਰ ਸੁਆਰਥ ਦੀ ਖੜਾ ਹੈ। ਜਿਹਨੂੰ ਭਗਤ ਸਾਹਿਬ ਕਹਿੰਦੇ ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾ ਲਹਾ, ਤੁਖਾਂ ਜਿਉ ਮਾਲੀ ਕਾਰਨ ਤਿਨਾ ਮਾਪਰੀ। ਭਗਤ ਸਾਹਿਬ ਕਹਿੰਦੇ ਗੱਲਾਂ ਵਾਲੇ ਸੱਜਣ ਤੇ 20 ਮਿਲ ਜਾਂਦੇ ਆ। ਫਰੀਦਾ ਇੱਥੇ ਗੱਲੀ ਹੈ, ਗਲੀ ਨਹੀਂ, ਗੱਲੀ ਸੋ ਸੱਜਣ ਵੀ, ਬਿੰਦੀ ਹੈ ਨਾਲ ਪ੍ਰਿੰਟ, ਕਿ ਗੱਲਾਂ ਵਾਲੇ 20 ਸੱਜਣ ਮਿਲ ਜਾਂਦੇ ਆ, ਪਰ ਇੱਕ ਟੁੰਡੇਂਦੀ ਨਾ ਲਹਾ। ਮੈਨੂੰ ਉਹ ਸੱਜਣ ਨਹੀਂ ਮਿਲਦਾ ਜਿਹੜਾ ਮੇਰੀ ਜ਼ਿੰਦਗੀ ਰੂਪ ਨਦੀ ਨੂੰ, ਜਿਹੜੀ ਇਹ ਜ਼ਿੰਦਗੀ ਵਹਿੰਦੀ ਤੁਰੀ ਜਾ ਰਹੀ ਹੈ, ਇਹ ਰਸਾਤਲ ਵਿੱਚ ਜਾ ਰਹੀ ਹੈ, ਇਹਨੂੰ ਬਾਹਰ ਕੱਢ ਸਕੇ, ਜਿਹੜਾ ਮੇਰਾ ਪਾਰ ਉਤਾਰਾ ਕਰ ਸਕੇ। ਮੈਨੂੰ ਐਸਾ ਸੱਜਣ ਨਹੀਂ ਮਿਲਦਾ ਜਿਹੜਾ ਸੱਜਣ ਇਹ ਲੋਕ ਤੇ ਪਰਲੋਕ ਮੇਰਾ ਸਾਥ ਦੇ ਸਕੇ। ਮੈਨੂੰ ਉਹ ਸੱਜਣ ਨਹੀਂ ਮਿਲਦਾ। ਦੁਨੀਆਦਾਰੀ ਤੇ ਬਹੁਤ ਸੱਜਣ ਨੇ। ਤੁਖਾਂ ਜਿਉ ਮਾਲੀ, ਮਾਲੀ ਤੋਂ ਅਰਥ ਮਿਲੀ, ਜਿਵੇਂ ਗੋਹਿਆਂ ਦੀ ਮਿਲੀ। ਪਹਿਲੇ ਸਮੇਂ 'ਚ ਗੋਬਰ ਦੇ ਉਪਲੇ ਬਣਾਏ ਜਾਂਦੇ, ਜਿਹਨੂੰ ਪਾਥੀਆਂ ਕਹਿੰਦੇ ਸਾਂ। ਉਹ ਪਾਥੀਆਂ ਦੇ ਜਦੋਂ ਭੰਨ ਕੇ ਬੀਬੀਆਂ ਗੋਹੇ 'ਚ ਅੱਗ ਲਾਉਂਦੀਆਂ ਨੇ ਜਾਂ ਚੁੱਲ੍ਹੇ 'ਚ ਡਾਉਂਦੀਆਂ ਨੇ, ਉਸ ਵੇਲੇ ਜਿਹੜਾ ਥੱਲੇ ਮਿਲੀ ਖਿਰ ਜਾਂਦੀ ਹੈ, ਉਹਦੇ ਛੋਟੇ ਛੋਟੇ ਟੁਕੜੇ, ਉਹਨੂੰ ਮਿਲੀ ਕਹਿੰਦੇ ਆ। ਭਗਤ ਸਾਹਿਬ ਕਹਿੰਦੇ ਤੁਖਾਂ ਜਿਉ ਮਾਲੀ, ਜਿਵੇਂ ਕਹਿੰਦੇ ਮਿਲੀ ਦੀ ਅੱਗ ਬੜੀ ਲੰਮੀ ਚੱਲਦੀ ਹੈ, ਕਹਿੰਦੇ ਇਸੇ ਪ੍ਰਕਾਰ ਮੇਰਾ ਅੰਦਰ ਧੁਖ ਰਿਹਾ ਹੈ, ਮੇਰੇ ਅੰਦਰ ਨੂੰ ਸ਼ਾਂਤੀ ਨਹੀਂ। ਮੈਨੂੰ ਕੋਈ ਐਸਾ ਸੱਜਣ ਮਿਲ ਜਾਏ ਜਿਹੜਾ ਮੈਨੂੰ ਉਪਦੇਸ਼ ਦੇ ਤੇ ਮੇਰੇ ਅੰਦਰ ਸ਼ਾਂਤੀ ਵਸ ਜਾਏ, ਜਿਹਨੂੰ ਗੁਰਦੇਵ ਬਾਣੀ 'ਚ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੂਰ। ਮੈਨੂੰ
ਉਹ ਸੱਜਣ ਮਿਲ ਜਾਏ ਜਿਹੜਾ ਮੈਨੂੰ ਪਰਮਾਤਮਾ ਦੇ ਦਰ ਦਾ ਰਾਹ ਵਿਖਾ ਦੇ। ਮੈਂ ਉਹਦੇ ਤੋਂ ਆਪਣੇ ਪ੍ਰਾਣ ਨਿਸ਼ਾਵਰ ਕਰਦੇ ਹਾਂ, ਮੈਂ ਉਹਦੇ ਤੋਂ ਆਪਾ ਕੁਰਬਾਨ ਕਰਦੇ ਹਾਂ, ਜਿਹੜਾ ਮੈਨੂੰ ਪਰਮਾਰਥ ਦਾ ਰਾਹ ਦੱਸ ਦੇ। ਤੋ ਗੁਰਦੇਵ ਪਾਤਸ਼ਾਹ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਇਹ ਜਗਤ ਵਿੱਚ ਗੁਰਦੇਵ ਕਹਿੰਦੇ ਕੋਈ ਵੀ ਮਿੱਤਰ ਨਹੀਂ ਹੈ। ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਹੁਣ ਗੁਰਦੇਵ ਕਹਿੰਦੇ ਸਗਲ ਜਗਤ, ਸਾਰਾ ਸੰਸਾਰ ਆਪਣੇ ਸੁਖ ਲਾਗਿਓ, ਆਪਣੀ ਸੁੱਖਾਂ ਕਰਕੇ ਨੇੜੇ ਨੇ। ਜਿੰਨਾ ਚਿਰ ਸੁੱਖ ਮਿਲ ਰਿਹਾ, ਲੋੜਾਂ ਪੂਰੀਆਂ ਹੋ ਰਹੀਆਂ, ਉਹਨਾਂ ਚਿਰ ਸੱਜਣ ਹੈ। ਦੁੱਖ ਮੈਂ ਸੰਗ ਨਾ ਹੋਈ, ਤੇ ਦੁੱਖ ਵਿੱਚ ਕੋਈ ਵੀ ਪਾਤਸ਼ਾਹ ਕਹਿੰਦੇ ਸੰਗੀ ਨਹੀਂ ਹੈ। ਇਹ ਤੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰਾ। ਸੁੱਖ ਦਾ ਸਮਾਂ ਹੈ ਨਾ, ਸੱਜਣਾ ਨੇ ਘੇਰਾ ਪਾਇਆ ਹੁੰਦਾ, ਵਾਹ ਵਾਹ ਤੇਰੇ ਵਰਗਾ ਬੰਦਾ ਹੀ ਨਹੀਂ ਹੈ, ਬੰਦਾ ਉਸੇ ਹਉਮੈ 'ਚ ਜੀ ਜਾਂਦਾ। ਤੇ ਪਾਤਸ਼ਾਹ ਕਹਿੰਦੇ ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੀਰੈ। ਤੇ ਜਿੱਦਣ ਵਿਪਤਾ ਪੈਣੀ ਹੈ ਉਦਣ ਪਾਤਸ਼ਾਹ ਕਹਿੰਦੇ ਕਿਸੇ ਨੇ ਵੀ ਨੇੜੇ ਨਹੀਂ ਆਉਣਾ। ਉਦਣ ਤੈਨੂੰ ਕੱਲਿਆਂ ਜਾਣਾ ਪੈਣਾ, ਤੇ ਰੱਬ ਦੇ ਘਰ ਲੇਖਾ ਤੈਨੂੰ ਕੱਲੇ ਨੂੰ ਦੇਣਾ ਪੈਣਾ। ਇਹ ਸੰਸਾਰ ਸਵਾਰਥ ਤੇ ਖੜਾ ਹੈ। ਗੁਰਦੇਵ ਦੀ ਬਾਣੀ ਕਹਿੰਦੀ, ਪਾਤਸ਼ਾਹ ਨੇ ਸ਼ਬਦ ਉਚਾਰੇ ਬਾਣੀ, ਕਹਿੰਦੇ ਮਨ ਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਕਹਿੰਦੇ ਇਹ ਸੰਸਾਰ ਜਿੰਨੀ ਵੀ ਦੋਸਤੀ ਹੈ ਨਾ, ਇਹ ਮਾਇਆ ਦਾ ਸੰਬੰਧ ਹੈ। ਜਿੰਨਾ ਕੋਲ ਤੇਰੇ ਕੋਲ ਮਾਇਆ ਹੈ, ਤੇ ਪਾਤਸ਼ਾਹ ਕਹਿੰਦੇ ਓਨਾ ਚਿਰ ਤੇਰੇ ਨਾਲ ਹੈ। ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ। ਸਤਿਗੁਰੂ ਕਹਿੰਦੇ ਕਿਤੇ ਨਾ ਪਾਇਨ ਬੰਦ। ਕਹਿੰਦੇ ਵਿੰਦਿਆ ਵਿੰਦਿਆ ਸਾਰ ਛੱਡ ਕੇ ਭੱਜ ਜਾਂਦੇ ਹੈ। ਜਦੋਂ ਮਾਇਆ ਹੁੰਦੀ ਹੈ ਉਦੋਂ ਵਾਹਵਾ ਕਰਦੇ ਹੈ। ਤੇ ਕਹਿੰਦੇ ਜਿੰਨਾ ਚਿਰ ਖਾਣਾ ਤੇ ਪਹਿਨਣਾ ਮਿਲਦਾ ਹੈ ਉਹਨਾਂ ਚਿਰ ਸਾਥ ਹੈ। ਤੇ ਕਹਿੰਦੇ ਵਿੰਦਿਆ ਵਿੰਦਿਆ ਸਾਰ ਛੱਡ ਕੇ ਚਲੇ ਜਾਂਦੇ। ਜਿਚਰ ਪਹਿਨਣ ਖਾਵਣੇ, ਤਿਚਰ ਰੱਖਣ ਗੰਢ। ਜਿੰਨਾ ਚਿਰ ਚੰਗੇ ਪਾਰਟੀਆਂ ਦੇ ਦੌਰ ਚੱਲਦੇ ਹੈ ਉਹਨਾਂ ਚਿਰ ਗੁਰਦੇਵ ਕਹਿੰਦੇ ਗੰਢ ਰੱਖਦੇ ਹੈ, ਉਹਨਾਂ ਚਿਰ ਵਾਹਵਾ ਵਾਹਵਾ ਕਰਦੇ ਹੈ। ਜਿਤ ਦਿਨ ਕਿਛੂ ਨਾ ਹੋਵਈ, ਤਿਤ ਦਿਨ ਬੋਲਣ ਗੰਦ। ਤੇ ਜਿੱਦਣ ਕਹਿੰਦੇ ਕੁਝ ਵੀ ਨਹੀਂ ਹੁੰਦਾ, ਉਦਣ ਉਹੀ ਸੱਜਣ ਦੁਸ਼ਮਣ ਬਣ ਕੇ ਖੜੇ ਹੋ ਜਾਂਦੇ, ਮਾੜਾ ਕਹਿਣਾ ਸ਼ੁਰੂ ਕਰ ਦਿੰਦੇ। ਇਹ ਦੁਨੀਆ ਦੀ ਹਕੀਕਤ ਹੈ ਕਿ ਅੱਜ ਦਾ ਸੱਜਣ ਕੱਲ੍ਹ ਦਾ ਦੁਸ਼ਮਣ ਬਣ ਕੇ ਖੜਾ ਹੁੰਦਾ। ਜਿਹਦੇ ਤੇ ਮਨੁੱਖ ਸਭ ਤੋਂ ਵੱਧ ਨਾਜ਼ ਕਰਦਾ ਤੇ ਉਹੀ ਦੁਸ਼ਮਣ ਬਣ ਕੇ ਖੜਾ ਹੋ ਜਾਂਦਾ। ਕਿਉਂ? ਕਿਉਂਕਿ ਸੱਜਣ ਨੂੰ ਸੱਜਣ ਦੀਆਂ ਖਾਮੀਆਂ ਦਾ ਪਤਾ ਹੁੰਦਾ, ਉਹਨੂੰ ਉਹਦੀਆਂ ਕਮੀਆਂ ਦਾ ਪਤਾ ਹੁੰਦਾ। ਤੇ ਉਹ ਕਹਿੰਦਾ ਵੀ ਮੈਨੂੰ ਪਤਾ ਇਹਨੂੰ ਕਿਵੇਂ ਢਾਇਆ ਜਾ ਸਕਦਾ ਜਾਂ ਕਿਵੇਂ ਹਰਾਇਆ ਜਾ ਸਕਦਾ। ਉਹ ਫਿਰ ਦੁਨੀਆ 'ਚ ਢੰਡੋਰਾ ਪਿੱਟਦਾ ਵੀ ਮੈਂ ਜਾਣਦਾ ਇਹਨੂੰ। ਪਾਪ ਅੱਜ ਦਾ ਸੱਜਣ ਕੱਲ੍ਹ ਦਾ ਦੁਸ਼ਮਣ ਬਣ ਕੇ ਖੜਾ ਹੋ ਜਾਂਦਾ। ਇਤਿਹਾਸ ਤੋਂ ਗਵਾਹੀ ਮਿਲਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਪਠਾਣਾ ਦਾ ਇੱਕ ਪੁੱਤਰ ਪੈਂਦੇ ਖਾਂ ਨਿੱਕੇ ਹੁੰਦੇ ਦੇ ਮਾਪੇ ਚੜ੍ਹਾਈ ਕਰ ਗਏ, ਇਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਛੱਡ ਗਏ। ਤੇ ਸਤਿਗੁਰਾਂ ਨੇ ਆਪ ਪੁੱਤਰਾਂ ਵਾਂਗ ਪਾਲਿਆ। ਇੱਥੋਂ ਤੱਕ ਹਜ਼ੂਰ ਨੇ ਘੋੜ ਸਵਾਰੀ ਸ਼ਸਤਰ ਵਿੱਦਿਆ ਸਿਖਾਈ। ਤੇ ਜਦੋਂ ਸਤਿਗੁਰੂ ਪਾਤਸ਼ਾਹ ਘੋਲ ਕਰਦੇ, ਜਿਵੇਂ ਸਿਆਣਾ ਉਸਤਾਦ ਚੇਲੇ ਨੂੰ ਗੁਣ ਸਿਖਾਉਂਦਾ, ਆਪ ਢਹਿ ਜਾਂਦਾ, ਹਜ਼ੂਰ ਢਹਿ ਜਾਂਦੇ। ਇਹਦਾ ਹੰਕਾਰ ਵੱਧਦਾ ਗਿਆ ਵੀ ਮੇਰੇ 'ਚ ਤੇ ਇੰਨੀ ਤਾਕਤ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਹ ਲੈਣਾ। ਇੰਨੀ ਇਹਦੇ 'ਚ ਤਾਕਤ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਘੋੜੇ ਸਮੇਤ ਚੁੱਕ ਦਿੰਦਾ ਸੀ ਪੈਂਦੇ ਖਾਂ। ਖੁਰਾਕ ਬਹੁਤ ਜ਼ਿਆਦਾ ਸੀ ਇਹਦੀ, 6-7 ਬੰਦਿਆਂ ਦੀ ਖੁਰਾਕ ਇਕੱਲੇ ਦੀ ਸੀ ਪੈਂਦੇ ਖਾਂ ਦੀ, ਬਹੁਤ ਜ਼ਿਆਦਾ ਜਵਾਨ ਸੀ। ਜਦੋਂ ਹਰਗੋਬਿੰਦਪੁਰੇ ਦੀ ਜੰਗ ਸਤਿਗੁਰੂ ਜਿੱਤਦੇ ਹੈ, ਵਧਾਈਆਂ ਮਿਲਦੀਆਂ ਸਾਰੇ ਪਾਸੋਂ। ਤੇ ਇਹ ਪੈਂਦੇ ਖਾਂ ਸ਼ੇਖੀਆਂ ਮਾਰ ਰਿਹਾ ਸਿੱਖਾਂ 'ਚ, ਕਹਿੰਦਾ ਜੇ ਮੈਂ ਨਾ ਹੁੰਦਾ ਅੱਜ ਜੰਗ ਨਹੀਂ ਸੀ ਜਿੱਤੀ ਜਾਣੀ। ਹੰਕਾਰ ਹੋ ਗਿਆ ਤਾਕਤ ਦਾ। ਜਦੋਂ ਸਤਿਗੁਰਾਂ ਨੂੰ ਖਬਰ ਮਿਲੀ ਵੀ ਪੈਂਦੇ ਖਾਂ ਬਹੁਤ ਹੰਕਾਰ 'ਚ ਹੋ ਗਿਆ, ਇਹ ਕਹਿੰਦਾ ਵੀ ਮੈਂ ਨਾ ਹੁੰਦਾ ਤਾਂ ਜੰਗ ਨਹੀਂ ਸੀ ਜਿੱਤੀ ਜਾਣੀ। ਸਤਿਗੁਰਾਂ ਨੇ ਬੁਲਾਇਆ, ਆਖਿਆ ਪੈਂਦੇ ਖਾਂ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਹੰਕਾਰ ਨੂੰ ਥਾਂ ਨਹੀਂ ਹੈ। ਇੱਥੇ ਹਰ ਜੀਓ ਨਿਮਾਣਿਆ ਤੂੰ ਮਾਣ ਹੈ, ਇੱਥੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਾਤਸ਼ਾਹ ਕਹਿੰਦੇ ਹੰਕਾਰ ਨੂੰ ਥਾਂ ਨਹੀਂ। ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਪਾਤਸ਼ਾਹ ਆਖਿਆ ਘਰ ਚਲੇ ਜਾ, ਜਿੰਨਾ ਤੇਰਾ ਮਹੀਨੇ ਦਾ ਰਾਸ਼ਨ ਬਸਤਰ ਤੇਰੇ ਘਰ ਪਹੁੰਚਣਗੇ, ਪਰ ਗੁਰੂ ਨਾਨਕ ਦੇ ਘਰ ਤੇਰੇ ਲਈ ਥਾਂ ਨਹੀਂ। ਕਿੱਥੇ ਤੇ ਭੁੱਲ ਦੀ ਖਿਮਾ ਮੰਗਣੀ ਸੀ, ਹੰਕਾਰ ਚਲੇ ਗਿਆ। ਕਹਿੰਦਾ ਕੋਈ ਨਹੀਂ, ਤੁਹਾਨੂੰ ਵੇਖਾਂਗਾ। ਜਲੰਧਰ ਦੇ ਫੌਜਦਾਰ ਨੂੰ ਨਾਲ ਲੈ ਕੇ, ਫੌਜਾਂ ਲੈ ਕੇ ਸਤਿਗੁਰਾਂ ਦੇ ਚੜ੍ਹਾਈ ਕਰਨ ਲਈ ਆ ਗਿਆ ਪੈਂਦੇ ਖਾਂ। ਕਿਉਂਕਿ ਇਹ ਉਹਨੂੰ ਕਹਿੰਦਾ, ਫੌਜਦਾਰ ਨੂੰ, ਕਾਲੇ ਖਾਂ ਨੂੰ ਕਹਿੰਦਾ ਕਿ ਮੈਂ ਜਾਣਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਵੇਂ ਹਰਾਇਆ ਜਾ ਸਕਦਾ। ਮੈਂ ਤੇ ਘੋੜੇ ਸਮੇਤ ਉਹਨਾਂ ਨੂੰ ਚੁੱਕ ਦਿੰਦਾ, ਮੈਂ ਤੇ ਉਹਨਾਂ ਨਾਲ ਪੰਜਾ ਲੜਾਉਂਦਾ, ਉਹਨਾਂ ਨੂੰ ਹਰਾ ਦਿੰਦਾ। ਤੇ ਮੈਂ ਤੇ ਜਦੋਂ ਉਹਨਾਂ ਦੇ ਨਾਲ ਘੋਲ ਕਰਦਾ ਤਾਂ ਵੀ ਉਹਨਾਂ ਨੂੰ ਹਰਾ ਦਿੰਦਾ ਸਾਂ। ਇਹਨੂੰ ਬੜਾ ਹੰਕਾਰ ਹੈ।
ਹੁਣ ਫੌਜ ਲੈ ਕੇ ਆਇਆ ਤੇ ਸਤਿਗੁਰਾਂ ਨੂੰ ਵੰਗਾਰ ਰਿਹਾ, ਕਹਿੰਦਾ ਵੀ ਬਾਕੀ ਫੌਜਾਂ ਛੱਡੋ, ਤੁਸੀਂ ਆਓ ਮੇਰੇ ਨਾਲ ਸਾਹਮਣਾ ਕਰੋ। ਹਜ਼ੂਰ ਮੁਸਕਰਾਏ। ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਤੇਰੇ ਨਾਲ ਸਾਡਾ ਵੈਰ ਕੋਈ ਨਹੀਂ, ਤੂੰ ਕਿਉਂ ਹੰਕਾਰ 'ਚ ਹੈ? ਕਹਿੰਦਾ ਨਹੀਂ, ਆਓ ਮੈਂ ਤੁਹਾਡੇ ਨਾਲ ਦੋ ਹੱਥ ਵੇਖਣਾ ਚਾਹੁੰਦਾ। ਪਾਤਸ਼ਾਹ ਨੇ ਸਮਝਾਇਆ, ਨਾ ਮੰਨਿਆ। ਹਜ਼ੂਰ ਨੇ 2 ਵਾਰ ਵੀ ਦਿੱਤੇ, ਉਹਨੇ ਵਾਰ ਕੀਤੇ, ਹਜ਼ੂਰ ਨੇ ਸੰਭਾਲੇ। ਤੀਜਾ ਵਾਰ ਹਜ਼ੂਰ ਨੇ ਕੀਤਾ, ਪੈਂਦੇ ਥਾਂ ਚੀਰ ਕੇ ਰੱਖ ਦਿੱਤਾ, ਧਰਤੀ ਤੇ ਡਿੱਗਾ ਤੇ ਤੜਫਣ ਲੱਗਾ। ਕਹਿੰਦਾ ਪਾਤਸ਼ਾਹ ਬਖਸ਼ ਲਓ। ਵੇਖੋ ਗੁਰੂ ਪਰਉਪਕਾਰੀ, ਦਲ ਪੰਜਨ ਗੁਰ ਸੂਰਮਾ ਵਡ ਜੋਧਾ ਬੋ ਪਰਉਪਕਾਰੀ। ਸਤਿਗੁਰਾਂ ਛਾਂ ਕੀਤੀ ਢਾਲ ਦੀ, ਧੁੱਪੇ ਪਿਆ ਪੈਂਦੇ ਖਾਂ ਤੜਫ ਰਿਹਾ ਤੇ ਪੈਂਦੇ ਖਾਂ ਕਹਿੰਦਾ ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿੰਦੇ ਤੇਰਾ ਜਨਮ ਪਠਾਣਾ ਦੇ ਘਰ ਦਾ, ਇਸਲਾਮ ਦਾ, ਕਹਿੰਦੇ ਕਲਮਾ ਪੜ੍ਹ ਤੇਰੀ ਮੁਕਤੀ ਹੋ ਜਾਏਗੀ। ਕਹਿੰਦਾ ਪਾਤਸ਼ਾਹ ਜਿਹਨੂੰ ਆਖਰੀ ਸਾਹ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦ ਮਿਲ ਜੇ, ਉਹਨੂੰ ਕਲਮਾ ਪੜ੍ਹਨ ਦੀ ਕੀ ਲੋੜ ਹੈ? ਸਤਿਗੁਰਾਂ ਨੇ ਬਖਸ਼ ਦਿੱਤਾ। ਕਹਿਣ ਤੋਂ ਮੁਰਾਦ ਅੱਜ ਦਾ ਸੱਜਣ ਕੱਲ ਦਾ ਦੁਸ਼ਮਣ ਬਣ ਕੇ ਖੜਾ ਹੋ ਜਾਂਦਾ ਹੈ। ਤੇ ਗੁਰਦੇਵ ਇਹ ਸੱਚਾਈ ਸਾਨੂੰ ਦੱਸਣਾ ਚਾਹ ਰਹੇ, ਭਾਈ ਇਹ ਜਗ ਮੀਤ ਨਾ ਦੇਖਿਓ ਕੋਈ। ਹੁਣ ਅਸੀਂ ਕਵਾਂਗੇ ਨਾ ਜੀ ਸਾਡੇ ਸੱਜਣ ਤੇ ਜਾਨ ਮਾਰਦੇ ਆ, ਗੁਰੂ ਸਾਹਿਬ ਨੇ ਐਵੇਂ ਲਿਖਤਾ। ਪਾਤਸ਼ਾਹ ਕਹਿੰਦੇ ਇਹ ਸਾਰੇ ਸੁੱਖਾਂ ਦੇ ਮਿੱਤਰ ਨੇ। ਗੁਰਦੇਵ ਪਾਤਸ਼ਾਹ ਕਹਿ ਰਹੇ ਆ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨ ਹੋਈ। ਇਹ ਸਾਰਾ ਜਗਤ ਪਾਤਸ਼ਾਹ ਕਹਿੰਦੇ ਸੁੱਖ 'ਚ ਤੇਰੇ ਨਾਲ ਜੁੜਿਆ, ਦੁੱਖ ਮੈਂ ਸੰਗ ਨਾ ਹੋਈ। ਜਦੋਂ ਦੁੱਖ ਆਉਂਦਾ ਹੈ ਨਾ, ਉਦੋਂ ਕੋਈ ਵੀ ਮਿੱਤਰ ਨਹੀਂ ਹੈ ਤੇ ਨਾ ਦੁੱਖ ਕੋਈ ਵੰਡਾ ਸਕਦਾ। ਮੈਂ ਬੇਨਤੀ ਕਰਾਂ, ਹੁਣ ਮਨੁੱਖ ਦੁਖੀ ਪਿਆ, ਆਖਰੀ ਸਟੇਜ 'ਤੇ ਹੈ, ਉਹਦੇ ਦੁੱਖ ਨੂੰ ਕੋਈ ਵੀ ਨਹੀਂ ਲੈ ਸਕਦਾ। ਠੀਕ, ਅਸੀਂ ਦੁੱਖ ਦਾ ਇਜ਼ਹਾਰ 10 ਮਿੰਟ ਉਹਦੇ ਨਾਲ ਕਰ ਸਕਦੇ ਹਾਂ, ਅਸੀਂ ਉਹਨੂੰ ਹੌਸਲਾ ਦੇ ਸਕਦੇ ਹਾਂ, ਅਸੀਂ ਉਹਨੂੰ ਸਵੇਰੇ ਤੇ ਸ਼ਾਮ ਉਹਦੀ ਪੁੱਛ ਪ੍ਰਤੀਤ ਜ਼ਰੂਰ ਕਰ ਸਕਦੇ ਹਾਂ, ਪਰ ਉਹਦਾ ਦੁੱਖ ਕੋਈ ਨਹੀਂ ਵੰਡਾ ਸਕਦਾ। ਜਿਹੜਾ ਦੁੱਖ ਉਹਨੇ ਭੋਗਣਾ ਉਹ ਭੋਗ ਰਿਹਾ। ਪਾਤਸ਼ਾਹ ਕਹਿੰਦੇ ਦੁੱਖ ਮੈਂ ਸੰਗ ਨਾ ਹੋਈ। ਤੇ ਵਿਪਤਾ ਦਾ ਸਮਾਂ ਆਵੇ ਤਾਂ ਵੀ ਕਿਸੇ ਨੇ ਸਾਥ ਨਹੀਂ ਦੇਣਾ। ਸੰਸਾਰ ਸੁੱਖਾਂ ਦਾ ਮਿੱਤਰ ਹੈ। ਰਹਾਉ ਦਾਰਾ ਮੀਤ ਪੂਤ ਸੰਬੰਧੀ, ਸਗਲੇ ਧਨ ਸਿਉ ਲਾਗੇ। ਫਿਰ ਇਕੱਲੇ ਮਿੱਤਰਾਂ ਦੀ ਗੱਲ ਨਹੀਂ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਇਕੱਲੇ ਇਕੱਲੇ ਰਿਸ਼ਤੇ ਦੀ ਬਾਤ ਕੀਤੀ। ਕਹਿੰਦੇ ਦਾਰਾ, ਦਾਰਾ ਦਾ ਅਰਥ ਪਤਨੀ। ਫਿਰ ਕਹਿੰਦੇ ਪੂਤ ਮੀਤ ਮਿੱਤਰ, ਪੂਤ ਪੁੱਤਰ ਸੰਬੰਧੀ ਰਿਸ਼ਤੇਦਾਰ, ਸਗਰੇ ਧਨ ਸਿਉ ਲਾਗੇ। ਸਾਰੇ ਕਹਿੰਦੇ ਧਨ ਦੌਲਤ ਕਰਕੇ ਤੇਰੇ ਨਾਲ ਜੁੜੇ ਨੇ। ਹੁਣ ਕਿਤੇ ਨਾ ਕਿਤੇ ਵੇਖੀਏ ਨਾ, ਜਦੋਂ ਵਿਆਹ ਹੁੰਦਾ ਮਨੁੱਖ ਦਾ, ਵੇਖਿਆ ਜਾਂਦਾ ਮਨੁੱਖ ਦੀ ਪ੍ਰੋਪਰਟੀ ਕਿੰਨੀ ਹੈ। ਧਨ ਹੈ ਨਾ, ਜੇ ਉਥੋਂ ਸੁੱਖ ਮਿਲਦਾ ਹੈ ਤੇ ਠੀਕ ਹੈ, ਨਹੀਂ ਤੇ ਤਲਾਕ ਹੁੰਦਾ, ਕਹਿੰਦੇ ਅੱਧੀ ਪ੍ਰੋਪਰਟੀ ਦੇ ਦਿਓ। ਹਰ ਪਾਸੇ ਧਨ ਦਾ ਪਸਾਰਾ ਹੈ। ਪਾਤਸ਼ਾਹ ਕਹਿੰਦੇ ਇਸਤਰੀ ਇਹ ਵੀ ਤੇਰੀ ਸੁੱਖਾਂ ਦੇ ਕਰਕੇ ਜੁੜੀ ਹੈ। ਦਾਰਾ ਮੀਤ ਮਿੱਤਰ। ਸਤਿਗੁਰੂ ਪਾਤਸ਼ਾਹ ਨੇ ਪਰਸ਼ੀਅਨ ਭਾਸ਼ਾ ਸ਼ਬਦ ਉਚਾਰਿਆ। ਤਿਲੰਗ ਰਾਗ ਅੰਦਰ ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ। ਉਹਦੇ 'ਚ ਗੁਰਦੇਵ ਨੇ ਉੱਥੇ ਵੀ ਉਦਾਹਰਨ ਦਿੱਤੀ। ਕਹਿੰਦੇ ਜਨ ਪਿਸਰ ਪਦਰ ਬੇਰਾਦਰਾ, ਕਸ ਨੇਸ ਦਸਤੰਗੀਰ, ਆਖਰ ਬੇਅਫਤਮ ਕਸ ਨਾ ਦਾਰਦ, ਚੂ ਸ਼ਬਦ ਤਕਬੀਰ। ਪਾਤਸ਼ਾਹ ਕਹਿੰਦੇ ਜਨ, ਉੱਥੇ ਜਨ ਲਫ਼ਜ਼ ਹੈ, ਉਹਦਾ ਭਾਵ ਜਨ ਕਿਉਂਕਿ ਫਾਰਸੀ 'ਚੋਂ ਆਇਆ। ਜੇ ਜਨ ਪੰਜਾਬੀ ਦਾ ਉਹਦਾ ਅਰਥ ਹੈ ਦਾਸ, ਤੇ ਜਦੋਂ ਫਾਰਸੀ 'ਚੋਂ ਜਨ ਆਇਆ ਇਹਦਾ ਅਰਥ ਹੈ ਇਸਤਰੀ। ਇੱਥੇ ਜਨ ਪਿਸਰ, ਪਿਸਰ ਦਾ ਅਰਥ ਹੈ ਪੁੱਤਰ, ਪਦਰ ਦਾ ਅਰਥ ਹੈ ਪਿਤਾ, ਬਿਰਾਦਰਾਂ ਦਾ ਅਰਥ ਹੈ ਬਿਰਾਦਰੀ, ਤੇਰੇ ਸਾਖ ਸੰਬੰਧੀ, ਤੇਰੇ ਭੈਣ ਭਰਾ। ਜਨ ਪਿਸਰ ਪਦਰ ਬਿਰਾਦਰਾ, ਕਸ ਨੇਸ ਦਸਤੰਗੀਰ। ਕਹਿੰਦੇ ਦਸਤੰਗ ਦਾ ਅਰਥ ਹੈ ਹੱਥ। ਕਹਿੰਦੇ ਇਹਨਾਂ 'ਚੋਂ ਕੋਈ ਵੀ ਤੇਰਾ ਬਿਪਤਾ ਵੇਲੇ ਹੱਥ ਫੜਨ ਵਾਲਾ ਨਹੀਂ ਹੈ। ਆਖਰ ਬੇਅਫਤਮ ਕਸ ਨਾ ਦਾਰਦ, ਚੂ ਸ਼ਬਦ ਤਕਬੀਰ। ਤੂੰ ਸ਼ਬਦ ਤਕਬੀਰ ਦਾ ਅਰਥ ਹੈ ਜਦੋਂ ਆਖਰੀ ਜਨਾਜ਼ੇ ਦੀ ਨਮਾਜ਼ ਪੜ੍ਹੀ ਜਾਣੀ ਹੈ ਨਾ, ਉਸ ਵੇਲੇ ਕਿਸੇ ਨੇ ਤੇਰਾ ਸਾਥੀ ਨਹੀਂ ਹੋਣਾ, ਤੇਰੇ ਆਪਣਿਆਂ ਨੇ ਤੈਨੂੰ ਲਾਂਬੂ ਲਾ ਕੇ ਘਰ ਨੂੰ ਵਾਪਸ ਆ ਜਾਣਾ। ਇਹਨਾਂ 'ਚੋਂ ਕੋਈ ਵੀ ਤੇਰਾ ਸਾਥ ਦੇਣ ਵਾਲਾ ਨਹੀਂ। ਤੋ ਅੱਜ ਗੁਰਦੇਵ ਕਹਿ ਰਹੇ ਇੱਥੇ ਵੀ, ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਕਹਿੰਦੇ ਭਾਵੇਂ ਤੇਰੀ ਇਸਤਰੀ ਹੈ, ਭਾਵੇਂ ਤੇਰੇ ਮਿੱਤਰ ਨੇ, ਭਾਵੇਂ ਤੇਰੇ ਪੁੱਤਰ ਨੇ, ਭਾਵੇਂ ਤੇਰੇ ਸੰਬੰਧੀ ਹੈ, ਸਗਰੇ ਧਨ ਸਿਉ ਲਾਗੇ। ਇਹ ਧਨ ਦਾ ਹੀ ਸੰਸਾਰ ਵਿੱਚ ਬਸਾਰਾ ਹੈ। ਤੇ ਜਿਹਦੇ ਕੋਲ ਧਨ ਨਹੀਂ ਨਾ, ਉਹਦਾ ਦੁਨੀਆ ਤੇ ਮਿੱਤਰ ਵੀ ਕੋਈ ਨਹੀਂ ਹੈ। ਮੈਂ ਬੇਨਤੀ ਕਰਾਂ, ਉਹਦੇ ਬਹੁਤ ਮਿੱਤਰ ਘੱਟ ਹੋਣਗੇ, ਕਿਉਂਕਿ ਦੁਨੀਆ ਦੀ ਹਕੀਕਤ ਹੈ ਨਿਰਤਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿਤ ਨਾ ਤਰੇ। ਗੁਰੂ ਕੀ ਬਾਣੀ ਨੇ ਸੱਚ ਕਿਹਾ। ਕਹਿੰਦੇ ਗਰੀਬ ਬੰਦਾ ਕਿੰਨਾ ਵੀ ਚੰਗਾ ਹੋਵੇ ਨਾ, ਉਹਦੀ ਕੋਈ ਸੁਣ ਕੇ ਰਾਜੀ ਨਹੀਂ ਹੁੰਦਾ। ਪਰ ਇਹ ਪੰਚਾਇਤ 'ਚ ਕਿਤੇ ਗਰੀਬ ਚੰਗੀ ਗੱਲ ਵੀ ਕਰੇ, ਉਹਨੂੰ ਕਹਿੰਦੇ ਬਹਿ ਜਾ ਬਹਿ ਜਾ,
चुप कर। ते जे कोई अमीर होवे वो माड़ी जी भी गल करे उन्होंने कहणगे वाह वाह गल फलाना सो करदा है। गल की असीं अमीरी ते गरीबी नाल मनुख नूं तोलदे हां। पहले समय सी मनुख दी किरदार करके कीमत सी, मनुख दी गुणा करके कीमत पैंदी सी। पर अजोका समाज असीं केवल धन दौलत दे नाल म्यार नाल असीं मनुख नूं तकदे हां। गुरु की बाणी कहंदी निरतन आदर कोई ना दे, कहंदे गरीब नूं कोई मान नहीं दिंदा। लाख जतन करे वो चित ना तरे, वो भावें किन्ना भी चंगा है, किन्ना भी चंगा उहदा किरदार व्यवहार है, पर कहंदे उहनूं कोई चित च नहीं तरदा। जो निरतन सरतन कह जाए आगे बैठा पीठ फिराए। जे गरीब का कोई अमीर मित्र होवे ना किते मिलन चल जे अपने मित्र नूं ते बच्चिआं नूं कह दिंदा भी वो भावें विचारा मिलन आया होवे, वो कहंदा जवाब दे दो घर नहीं है, किते कुछ मंगण ना आया होवे। ये गुरु की बाणी कह रही है, कहने जो निरतन सरतन कह जाए आगे बैठा पीठ फिराए। वो मूँह मोड़ लैंदा, वो बेचारा चाह नाल मिलन आ रहा है, उन्होंने हुंदा है भी ये गरीब कुछ मंगण आया होना। या कई बार ऐसा होंदा कोई गरीब रिश्तेदार आवे ना, बंदा कहंदा कह दो की पता कुछ मंगण ना आया होवे। आगे बैठा पीठ फिराए, कहंदे मूँह मोड़ लैंदा। ते फिर कहंदे जो सर तन निरतन कह जाए दिया आदर लिया बुलाए। जे गरीब घर किते उहदा अमीर सज्जन आ जाए उन्होंने बहाउण नूं थां नहीं मिलदी, वो पलकां विछा दिंदा भी आओ मेरा सज्जन आया है। फिर भगत साहब कहंदे निरतन सर तन दोनों भाई प्रभ की कला न मेटी जाए। है रब जी है तो तेरा हुक्म है तो दोनों तेरे बनाए ने ना, है तो असल में भरा ही नहीं ना, एक रब दे बनाए ने। पर कहंदे तेरे हुक्म च है, संसार च ऐसा हो रहा है। गरीब नूं कोई मार नहीं दिंदा, केवल धन का संसार च पसारा है। सारे धन करके मान दिंदे ते तनमान नाल हर कोई जुड़ना चाहुंदा है। गुरुदेव की बाणी कहंदी ये सारे रिश्तेदार धी पुत्र संबंधी ये धन करके सुखां दे मित्र ने। सुख मिल रहा है तो पति पत्नी नाल है, नहीं मिलता कहंदी मैं की करना इहो जे पति दा। पुत कहंदे इहो जे मापिਆਂ दा की करना है, तो मापे कहंदे इदों ना पुत जमदा ते चंगा सी जिहदे तो सानूं सुख नहीं है। सज्जन कहंदे इहो जे सज्जन तो की करना जिहड़ा लोड़ वेले काम ही नहीं आउंदा। इहो जिहा सज्जन नहीं चाहिदा। किते ना किते ये संसार के तमाम रिश्ते लोड़ां ते स्वार्थ ते खड़े है हन। गुरु की बाणी कहनी अपने स्वाए करें वो बातां तिन्ना का विसा क्या कीजे। कहंदे जिहड़े स्वार्थी ने सारे इन्हां ते की भरोसा करेंगा तू, ये तेरा की सवारनगे। इसे करके भगतां ने जो संसार वेख्या ना कोई बांह फड़न वाला नहीं, उन्होंने आख्या जगत में झूठी देखी प्रीत, इसलिए मालिक जी साची प्रीत हम तुम स्यों जोरी, तुम स्यों जोर अवर संगत हुई। सानू समझ पै गई कोई साथ देने वाला नहीं है। इस संसार में कोई भी सज्जन नहीं है, एक केवल स्वार्थ से खड़ा है संसार। तो गुरुदेव की बाणी कहती है दारा मीत पूत संबंधी सगरे धन स्यों लागे। कहते स्त्री मित्र पुत्र रिश्तेदार सगरे धन स्यों लागे, धन करके तेरे नाल जुड़े ने। जब ही निरतन देखियो नर को संग छाड़ सब भागे। जिदन वेख्या भी गरीब हो गया कंगाल हो गया तो कुछ नहीं रहा, जब बिजनेस घाटा पै गया उदन फिर कोई नेड़े नहीं लगता। पातशाह कहते सारे सार छड्ड के चले जाते। पत्नी कहती मैं की लेना ये रिहा कुछ नहीं, पुत्र कहते ये कुछ नहीं, मित्र कहते ये कुछ नहीं, की लैन जाना ये रिहा ही कुछ नहीं। सतगुरु हकीकत समझा रहे हैं संसार की, क्योंकि पातशाह कहते जिन्ना चिर सुख सन सारे आले दुआले छावां करते लोग, सुख में आन बहुत मिल बैठे, बड़े दुआले आके बहिंदे। रहत चहों दिस घेरै, घेरा पाया सज्जना मित्रां ने रिश्तेदार भैन भरावां ने। कहते विपत परी सब ही संग छाड़त को ना आवत नीरै। विपता पै गई हुण कोई चुकदा नहीं, हुण आप ही पुकारा करदा बुलाउंदा है, कोई मिल के राजी नहीं, कोई सीधे मूँह नहीं बोलदा। कारण की है? संसार स्वार्थ से खड़ा है। गुरुदेव ये समझा रहे हैं ठीक रहना संसार विच है, तेरे संगी साथी ने, पर इन्हां को जुड़ जिन्हां को वो तेरे नाल जुड़े ने, तू असल निरंकार नाल अंदरों जुड़ना कर, क्योंकि इन्हां चों किसी ने तेरा साथ नहीं देना। सज्जन वो है सज्जन सेई नाल में चलदियां नाल चलाना, जिथे लेखा मंगी है तिथे खड़े दे सन वो सज्जन ने। वो सज्जन कौन है? शुभ गुण रूप सज्जन, दया धर्म धीरज सत संतोख, ये दैवी गुण ने, इन्हों सज्जन बना। बादशाह कहते ये सज्जन तेरा नाल देणगे, साथ देणगे। ते जां गुरुदेव ने कहा रब दे प्यारे संत जन तेरी गवाही देणगे।
ਤਾਂ ਹੀ ਗੁਰਦੇਵ ਨੇ ਕਿਹਾ ਨਾ ਕਿ ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੁੜੈ, ਓਏ ਮੋਇਆ ਨਾ ਜਾਹੀ ਛੋੜ। ਉਹ ਤੇਰਾ ਸਾਥ ਦੇਣਗੇ, ਤੇਰੀ ਗਵਾਹੀ ਭਰਨਗੇ। ਇਸ ਕਰਕੇ ਉਹਨਾਂ ਰੱਬੀ ਪਿਆਰਿਆਂ ਨੂੰ ਸੱਜਣ ਬਣਾ ਜਿਨ੍ਹਾਂ ਨੂੰ ਮਿਲ ਕੇ ਇੱਥੇ ਵੀ ਤੇਰਾ ਉਦਾਰ ਤੇ ਜਿਹੜੇ ਅੱਗੇ ਵੀ ਤੇਰਾ ਸਾਥ ਦੇਣ। ਜਿਹਨੂੰ ਗੁਰਦੇਵ ਨੇ ਕਹਿੰਦੇ ਜਾਂ ਕੈ ਦਰਸ਼ ਕੋਟ ਪਾਪ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਕਹਿੰਦੇ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਕਰੋੜਾਂ ਪਾਪ ਲੈ ਜਾਂਦੇ। ਜਾਂ ਕੈ ਦਰਸ਼ ਕੋਟ ਪਾਪ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਜਿਨ੍ਹਾਂ ਦੀ ਸੰਗਤ ਕਰਨ ਨਾਲ ਭਵਜਲ ਜਗਤ ਸੰਸਾਰ ਤਰ ਜਾਏਗਾ। ਤੇ ਪਾਤਸ਼ਾਹ ਕਹਿੰਦੇ ਉਹ ਤੇਰੇ ਅਸਲ ਸੱਜਣ ਨੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਜਿਨ੍ਹਾਂ ਨੂੰ ਮਿਲ ਕੇ ਨਾਮ ਚੇਤੇ ਆਉਂਦਾ ਉਹ ਤੇਰੇ ਸੱਜਣ ਨੇ। ਤੇ ਜਿਨ੍ਹਾਂ ਨੂੰ ਮਿਲ ਕੇ ਪਾਰਟੀਆਂ ਦੇ ਦੌਰ ਤੇ ਪਾਪ ਕਰਮ ਹੁੰਦੇ ਉਹ ਸੱਜਣ ਨਹੀਂ। ਉਹ ਮੀਤ ਸੱਜਣ ਸਭ ਜਾਮ, ਉਹ ਜਮਾਂ ਦੀ ਨਿਆਈ ਨੇ। ਉਹਨਾਂ ਨੂੰ ਤੂੰ ਸੱਜਣ ਸਮਝੀ ਬੈਠਾ, ਪਰ ਉਹ ਤੈਨੂੰ ਜਮਾਂ ਦੀ ਨਿਆਈ ਟੱਕਰੇ ਨੇ, ਤੇਰਾ ਜਮਾਂ ਦਾ ਰਾਹ ਸਿੱਧਾ ਕਰ ਰਹੇ ਹੈ। ਤੇ ਇਸ ਲਈ ਗੁਰਦੇਵ ਪਾਤਸ਼ਾਹ ਸਮਝਾ ਰਹੇ ਕਿ ਜਬ ਹੀ ਨਿਰਤਨ ਦੇਖਿਓ ਨਰ ਕੋ, ਸੰਗ ਛਾੜ ਸਭ ਭਾਗੇ। ਕਹਿੰਦੇ ਜਿਸ ਦਿਨ ਤੈਨੂੰ ਸੰਸਾਰ ਦੇ ਲੋਕ ਵੇਖਣਗੇ ਵੀ ਗਰੀਬ ਹੋ ਗਿਆ ਹੈ, ਇਹਦੇ ਕੋਲ ਕੁਝ ਨਹੀਂ, ਸੰਗ ਛਾੜ ਸਭ ਭਾਗੇ। ਇੱਕ ਇੱਕ ਕਰਕੇ ਸਾਰੇ ਸਾਰ ਛੱਡ, ਤੂੰ ਕੱਲਾ ਰਹਿ ਜਾਣਾ ਹੈ। ਫਿਰ ਗੁਰਦੇਵ ਕਹਿੰਦੇ ਕਹੋ ਕਹਾਂ ਯਾ ਮਨ ਬੋਰੇ ਕੋ, ਇਨ ਸਿਉ ਨਿਹੋ ਲਗਾਇਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਮਨ ਬੌਰੇ ਪਾਗਲ ਨੂੰ ਮੈਂ ਕੀ ਕਵਾਂ। ਕਹੋ ਕਹਾਂ ਯਾ ਮਨ ਬੌਰੇ ਕੋ, ਇਹ ਮਨ ਨੂੰ ਮੈਂ ਕਿਵੇਂ ਸਮਝਾਵਾਂ। ਇਨ ਸਿਉ ਨਿਹ ਲਗਾਇਓ, ਇਹ ਮਨ ਇਹਨਾਂ ਨਾਲ ਜੁੜਿਆ, ਧੀ ਪੁੱਤਰ ਇਸਤਰੀ ਪਰਿਵਾਰ ਸੰਬੰਧੀ ਰਿਸ਼ਤੇਦਾਰ, ਇਹ ਮਨ ਇਹਨਾਂ ਨਾਲ ਜੁੜਿਆ। ਸਾਰੀ ਜ਼ਿੰਦਗੀ ਮਨੁੱਖ ਇਹਨਾਂ ਦੁਆਲੇ ਕੱਢ ਦਿੰਦਾ ਰਿਸ਼ਤੇਦਾਰਾਂ ਪਿੱਛੇ। ਤੇ ਜਦੋਂ ਕਿਤੇ ਠੋਕਰ ਵੱਜਦੀ ਹੈ, ਚੋਟ ਵੱਜਦੀ, ਫਿਰ ਬਹਿ ਕੇ ਰੋਂਦਾ ਕਿ ਮੇਰਾ ਕੋਈ ਮਿੱਤਰ ਨਹੀਂ, ਅੱਜ ਮੇਰਾ ਕੋਈ ਸਾਥ ਨਹੀਂ ਦੇ ਰਿਹਾ, ਅੱਜ ਮੈਂ ਬਿਪਤਾ 'ਚ, ਅੱਜ ਮੈਨੂੰ ਲੋੜ ਸੀ, ਅੱਜ ਪੁੱਤਰ ਵੀ ਚਲੇ ਗਏ, ਅੱਜ ਇਸਤਰੀ ਵੀ ਚਲੇ ਗਈ, ਅੱਜ ਮਿੱਤਰ ਵੀ ਚਲੇ ਗਏ, ਅੱਜ ਭਰਾ ਵੀ ਚਲੇ ਗਏ, ਅੱਜ ਮੇਰਾ ਕੋਈ ਸਾਥੀ ਨਹੀਂ ਹੈ। ਤੇ ਉਸ ਵੇਲੇ ਮਨੁੱਖ ਪਛਤਾਉਂਦਾ। ਇਸ ਲਈ ਗੁਰਦੇਵ ਕਹਿੰਦੇ ਅੰਤ ਨੂੰ ਪਛਤਾਉਣਾ ਹੈ, ਤੂੰ ਪਹਿਲਾਂ ਜਾਗਣਾ ਕਰ। ਮੈਂ ਤੈਨੂੰ ਸਮਝਾ ਰਿਹਾ ਕਿ ਇਹਨਾਂ 'ਚੋਂ ਅਸਲ ਸਾਥੀ ਕੋਈ ਨਹੀਂ ਹੈ। ਠੀਕ ਇਹ ਧਰਮ ਹੈ, ਸੰਸਾਰ 'ਚ ਅਸੀਂ ਨਿਭਾਉਣਾ ਹੈ, ਇਹ ਸਾਡੇ ਫਰਜ਼ ਨੇ। ਧੀ ਪ੍ਰਤੀ, ਪੁੱਤਰਾਂ ਪ੍ਰਤੀ, ਇਸਤਰੀ ਪ੍ਰਤੀ, ਪਰਿਵਾਰ ਪ੍ਰਤੀ ਉਹ ਫਰਜ਼ ਅਦਾ ਕਰਨੇ। ਪਰ ਗੁਰਦੇਵ ਕਹਿੰਦੇ ਇੰਨਾ ਕੁ ਨਾ ਜੁੜ ਜਾ ਕਿ ਅੰਤ ਵੇਲੇ ਤੈਨੂੰ ਰੋਣਾ ਪਏ। ਤੂੰ ਇਹਨਾਂ ਦਾ ਹੀ ਕੇਵਲ ਆਸਰਾ ਤੱਕ ਲੈ, ਤੂੰ ਨਿਰੰਕਾਰ ਦਾ ਆਸਰਾ ਤੱਕ, ਜਿਹੜਾ ਤੇਰਾ ਸਾਥੀ ਹੈ, ਜਿਹੜਾ ਸਦਾ ਤੇਰੇ ਨਾਲ ਨਿਭਣ ਵਾਲਾ ਹੈ। ਕਿਉਂਕਿ ਸੰਸਾਰ ਦੇ ਜਿੰਨੇ ਵੀ ਆਸਰੇ ਤੱਕੇਗਾ, ਸਮੇਂ ਅਨੁਸਾਰ ਉਹ ਆਸਰਾ ਨਿਆਸਰਾ ਹੋ ਜਾਣਾ ਤੇ ਤੈਨੂੰ ਪਛਤਾਉਣਾ ਪੈਣਾ, ਤੈਨੂੰ ਠੋਕਰ ਵੱਜੇਗੀ, ਦੁਖੀ ਹੋਏਗਾ। ਇਸੇ ਕਰਕੇ ਇੱਕ ਨਿਰੰਕਾਰ ਦੀ ਆਸ ਕਰ। ਤਾਂ ਹੀ ਭਗਤ ਸਵਰਨ ਕਹਿੰਦੇ ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ। ਹੋਰ ਜਿੰਨੀਆਂ ਵੀ ਆਸਾਂ ਕਰੇਗਾ ਤੈਨੂੰ ਨਿਰਾਸ਼ ਹੋਣਾ ਪੈਣਾ। ਮਨੁੱਖ ਧਨ ਦਾ ਆਸਰਾ ਤੱਕਦਾ ਬਹੁਤ ਵੱਡਾ ਹੈ, ਇੱਕ ਦਿਨ ਇੱਥੋਂ ਵੀ ਨਿਰਾਸ਼ ਹੋ ਜਾਂਦਾ। ਧੀਆਂ ਪੁੱਤਰਾਂ ਦਾ ਆਸਰਾ ਤੱਕਦਾ, ਉਹ ਵੱਖਰੇ ਹੋ ਜਾਂਦੇ ਆ ਜਾਂ ਕੁਝ ਕਾਰਨ ਬਣ ਜਾਂਦੇ ਆ, ਉਹ ਵੀ ਨਿਰਾਸ਼ ਹੁੰਦਾ। ਪਤਨੀ ਦਾ ਆਸਰਾ ਹੈ, ਉਹ ਵੀ ਇੱਕ ਦਿਨ ਛੱਡ ਗਈ ਜਾਂ ਰੱਬ ਦੇ ਹੁਕਮ 'ਚ ਸੱਤ ਹੋ ਗਈ ਤੇ ਉਹ ਵੀ ਆਸਰਾ ਚਲੇ ਗਿਆ, ਨਿਰਾਸ਼ ਹੋਇਆ। ਤੇ ਜਿਸ ਦਿਨ ਸੰਸਾਰ ਤੋਂ ਨਿਰਾਸ਼ ਹੋਏਗਾ ਉਸ ਦਿਨ ਹੀ ਪਰਮਾਰਥ ਦੇ ਰਾਹ ਤੁਰੇਗਾ। ਅਜੇ ਸੰਸਾਰ ਨੇ ਉਲਝਾਇਆ ਹੈ, ਨਿਰੰਕਾਰ ਕਿੱਥੇ ਚੇਤੇ ਹੈ। ਜਿਸ ਦਿਨ ਸੰਸਾਰ ਤੋਂ ਨਿਰਾਸ਼ ਹੋਏਗਾ, ਉਦਾਸ ਹੋਏਗਾ, ਫਿਰ ਸੱਚ ਦੀ ਤਲਾਸ਼ ਕਰੇਗਾ, ਫਿਰ ਪਰਮਾਰਥ ਦੇ ਰਾਹ ਤੁਰੇਗਾ। ਕਿਉਂਕਿ ਦੁੱਖ ਦੀ ਚੋਟ ਜੀਵਨ ਨੂੰ ਬਦਲਦੀ ਹੈ। ਵਿਰਲੇ ਨੇ ਰੱਬ ਦੇ ਪਿਆਰੇ ਜਿਨ੍ਹਾਂ ਤੇ ਰੱਬ ਦੀ ਰਹਿਮਤ ਹੈ, ਉਹ ਸੰਸਾਰ ਵਿੱਚ ਰਹਿੰਦੇ ਹੋਏ ਨਿਰੰਕਾਰ ਨਾਲ ਜੁੜ ਜਾਂਦੇ ਹੈ। ਨਹੀਂ ਤੇ 98% ਲੋਕ ਦੁੱਖ ਦੀ ਚੋਟ ਕਰਕੇ ਨਿਰੰਕਾਰ ਨੂੰ ਚੇਤੇ ਕਰਦੇ ਹੈ ਜਾਂ ਪਰਮਾਰਥ ਦੇ ਰਾਹ ਤੁਰਦੇ ਹੈ। ਵਿਰਲੇ ਨੇ ਜਿਨ੍ਹਾਂ ਤੇ ਰੱਬ ਦੀ ਰਹਿਮਤ ਹੈ, ਸੁਰਤ ਜਿਨ੍ਹਾਂ ਦੀ ਜਾਗੀ ਹੋਈ ਹੈ। ਤੋ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਹੋ ਕਹਾਂ ਜਾਂ ਮਨ ਬੌਰੇ ਕੋ, ਮੈਂ ਆਪਣੇ ਮਨ ਨੂੰ ਕਿਵੇਂ ਕਹਿ ਕੇ ਸਮਝਾਵਾਂ। ਇਨ ਸਿਉ ਨਿਹੋ ਲਗਾਇਓ, ਇਹਨੇ ਇਸਤਰੀ ਧੀ ਪੁੱਤਰ ਪਰਿਵਾਰ ਸਾਖ ਸੰਬੰਧੀਆਂ ਨਾਲ ਨਿਹੋ ਲਾਇਆ ਹੈ। ਦੀਨਾਨਾਥ ਸਕਲ ਭੈ ਪੰਜਨ, ਜਸ ਤਾਂ ਕੋ ਬਿਸਰਾਇਓ। ਹੁਣ ਇਹਨਾਂ ਨਾਲ ਜੁੜਿਆ ਹੈ ਤੇ ਦੀਨਾਨਾਥ ਜਿਹੜਾ ਗਰੀਬਾਂ ਦਾ ਮਾਲਕ ਹੈ, ਸਕਲ ਭੈ ਭੰਜਨ ਸਾਰੇ ਡਰ ਦੂਰ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਜਸ ਤਾਂ ਕੋ ਬਿਸਰਾਇਓ, ਇਹਨੇ ਰੱਬ ਦਾ ਜਸ ਤੇ ਵਿਸਾਰ ਦਿੱਤਾ ਹੈ। ਇਹਨੂੰ ਕਿੱਥੇ ਚੇਤਾ ਹੈ? ਇਹਨੂੰ ਚੇਤਾ ਨੇ ਧੀ ਪੁੱਤਰ ਪਰਿਵਾਰ, ਇਹਨੂੰ ਚੇਤਾ ਹੈ ਸੰਸਾਰ, ਇਹਨੇ ਰੱਬ ਦਾ ਜਸ ਭੁਲਾ ਦਿੱਤਾ ਹੈ। ਤਾਂ ਹੀ ਤੇ ਇਹ ਬੰਧਨ ਕਿਹਾ ਹੈ ਨਾ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰ ਕਦੇ ਸੂਖ। ਇਹਦੇ 'ਚ ਕਦੀ ਖੁਸ਼ੀ ਹੈ ਕਦੀ ਗਮੀ ਹੈ, ਬਸ ਇਹਦੇ 'ਚ ਜੀਵਨ ਲੰਘ ਰਿਹਾ ਹੈ। ਤਾਂ ਹੀ ਪਾਤਸ਼ਾਹ ਨੇ ਕਿਹਾ ਨਾ, ਪੁੱਤਰ ਕਲਤਰ ਗ੍ਰਸਤ ਕਾ ਫਾਸਾ,
ਹੋਣ ਨਾ ਪਾਈਐ राम के दासा। कहते ये गृहस्थ फाई पै गए, ये पुत्र कलत्र गृहस्थ का फासा। इस्त्री धियां पुत्र ये गृहस्थी कहते ये फाई पै गई मनुख नूं। होण ना पाईए राम के दासा, इन्हां च इन्ना कुछ जुड़ गया है, ये इन्हां दा परिवार दा दास ते बनिया गोला, पर कहते ये रब दा दास बनना भुल गया। तो पातशाह समझा रहे हैं कि दीनानाथ सकल पै भंजन जस ताको बिसरायो। ये मन ने उस परमात्मा काल पुरख वाहिगुरू का जस जिहड़ा ये विसार दिता है जी। अखीरले बन च कहते स्वान पूछ ज्यों भयो न सूदो, बहुत जतन मैं कीनो। मन नूं अपने नूं समझा के सानू सिक्ख्या दे रहे हैं। कहते स्वान पूछ ज्यों भयो न सूदो। स्वान का अर्थ कुत्ता, कहते जिवें कुत्ते की पूछ सीधी नहीं ना होंदी। कहते ये हालात मेरे मन दे है। सतगुरु अपने मन को संबोधन करके सानू सिक्ख्या दे रहे। सियाणे उदाहरण दिंदे हुंदे ना भी कुत्ते की पूछ 20 साल वंजली च पा छड़ी, जो कढ़ी तो फिर मुड़ गई। पाप ये साडे मन के हालात है। ये कुत्ते की पूछ वांग गुरुदेव कहते सीधा नहीं होने का यतन करता, ये सीधा नहीं होंदा, ये फिर टेढ़ा हो जाता। पाप ये अंदर सीधापन नहीं आता, ये ना अंदर दे वल छड्डदा है, ना कपट, ना झूठ, ना ठगी, ना फरेब, ये कदी सीधा होंदा ही नहीं। जिन्होंने पातशाह ने कहा चलत कत टेढ़े टेढ़े टेढ़े, अस्त चरम बिंदा के मुश्ते, दुर्गंध ही के बेडे। पातशाह कहते हंकार काहदा करी जाना, एवें औखा हो तुरदा है बंदा, हंकार च तुरदा है ना, बाहवां फला फला के चौड़ा होके लंघदा भी मेरे वर्गा कोई नहीं दुनिया ते गुरुदेव कह रहे कहते चलत कत टेढ़े टेढ़े टेढ़े। भाई क्यों टेढ़ा हो के तुरदा, काहदा मान करदा। कहते अस्त चरम बिंदा के मुश्ते, दुर्गंध ही के बेडे। है की है तेरे च, कहते हड्डियां थले चम ते मेजा, उत्ते रब ने मास का जिहड़ा लोथड़ा पाया ते अंदर तेरे गंदगी भरी है की काहदा मान करदा। ये गुरुदेव पातशाह कह रहे कि मनुख हंकार च बड़ा टेढ़ा हो के तुरदा है। तो पातशाह ने बाणी च किसी गल का शक नहीं छड्डिया, समझाया कि मना ये टेढ़ापन छड्ड, जिदन सीधा हो जाएगा ना उदन रब की रहमत हो जाएगी। जिदन डंडे वांग सीधा हो, तां कहना डंडौत बंधन अनक बार। डंडौत का अर्थ है कि सीधे होके लम्हे पै जाना, पाप सीधा अंदरों वल छल कढ़ देने। कहते जिदन तेरे अंदरों झूठ फरेब ठगी छल कपट उस्तत संसारी निंदा ये सारा कुछ निकल जाएगा ना, जो सीधा हो जाएगा उदन रब की रहमत तेनू प्राप्त होनी है। पर कहते मन का सुभाव कुत्ते की पूछ वांग सीधा नहीं हो रहा, ये अपने कर्म नहीं छड्ड रहा। देखो सुनते रोज़ रहा है ना, उपदेश ते नित सुनता है, ये छड्डदा नहीं है, फिर उस तरह मुड़ जाता। पातशाह कहते स्वान पूछ ज्यों भयो न सूदो, अनक जतन मैं कीनो। पातशाह कहते बड़े यतन कर ले, पर कहते ये मन जिहड़ा है सीधा होने का यतन नहीं कर रहा। तो ये मन के सीधा ना होने कारण ही ये सारे दुख ने। जे गुरु के शब्द को सुन के आत्मिक तौर पर जीव जाग जाए फिर तो परेशानी नहीं है, फिर कोई दुख भी नहीं क्लेश भी नहीं है। ये आत्मिक तौर पर इसी कारण दुखी है कि अंदर दे ये वल छल कपट ये छड्डना नहीं चाहता, इनू संसार ही रस लगता है, निरंकार भी रस है, इसलिए इन्हां नाल जुड़िया है ना। संसार की इन्नी को पकड़ हो गई है भी नित सुनता है, नित वेख रहा है, समझण का फिर भी यतन नहीं है। पातशाह बाणी कहते ताई कहना सतगुरु नो सब को देखदा, जेता जगत संसार डिठे मुक्त ना होवई, जिचर शब्द ना करे विचार। क्योंकि ये मन विचार तो प्रभावित होता है, तो जिस दिन शब्द की विचार अंदर हिरदे च वसेगी उस दिन आचार व्यवहार ते किरदार तीन चीज़ां बदल जाएंगियां सिख दी। जिस दिन विचार बदले, जिस दिन अंदर विचार, क्योंकि विचार ही धर्म है, मनुख विचारां का संग्रह है। हुण सवेरे मनुख मानो हिंदू शामी ईसाई बन जाता, की बदले है? कोई हथ पैर थोड़ा बदले, विचार बदले धर्म बदल गया। बस गुरु नानक साडे विचार बदलना चाहुंदे है। इत्थे आउंदा चोर है, गुरु दी विचार अडॉप्ट करता है, वह साध बन के चले जाता है। इत्थे है कातल है मनुखता दा सज्जन, विचार गुरु दे मिलदे वह असल सज्जन बन जाता है। कौडा भील राक्षस है बिरती करके, पर गुरु ने विचार दिते ना, वो गुरु नानक के घर का प्रचारक हो निबड़िया। बस यही बात, विचार बदलने है। जिस दिन विचार बदले जीवन बदल जाएगा। पर असी विचार बदलना नहीं चाहते। मनुख उन्हां नाल ही जीना चाहता भी जो मेरी मत है मैं उहदे नाल ही जीना है। थोड़ा थोड़ा गुरु नाल सांझ पाउण दा यतन करदा है, बाहला नहीं। कहंदा बस इन्ना क बहुत है जिन्ना क मैं चाहुंदा, मन मेरा चाहुंदा है। क्योंकि असी दोनों पक्ष रखना चाहुंदे हैं, संसार भी निरंकार भी,
ਪਾਸਾ ਇੱਕ ਕਰਨਾ ਪਏਗਾ। ਤੇ ਜੁਗਤ ਸਾਨੂੰ ਦਿੱਤੀ ਹੈ ਵੀ ਠੀਕ ਪਰਿਵਾਰ ਵੀ ਨਿਭਾ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਉਤਾ ਮੁਕਤ ਹੋਏਗਾ ਜੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਜੇ ਗੁਰੂ ਤੋਂ ਜੀਵਨ ਜਾਚ ਲੈ ਲੇਗਾ ਫਿਰ ਤੂੰ ਸੰਸਾਰ ਵਿੱਚ ਰਹਿੰਦਾ ਹੀ ਨਿਰੰਕਾਰ 'ਚ ਅਪੀਲ ਹੋ ਜਾਏ। ਪਰ ਮਨੁੱਖ ਦੋਵੇਂ ਪਾਸੇ ਰੱਖਣਾ ਚਾਹੁੰਦਾ। ਇਹ ਕਹਿੰਦਾ ਗੁਰੂ ਵੀ ਖੁਸ਼ ਰਹੇ ਤੇ ਨਾਈ ਵੀ ਨਾਰਾਜ਼ ਨਾ ਹੋਵੇ, ਗੁਰੂ ਵੀ ਖੁਸ਼ ਰਹੇ ਤੇ ਸ਼ਰਾਬ ਵੀ ਪੀਣੀ ਹੈ ਸ਼ਾਮ ਨੂੰ ਉਹ ਵੀ ਕਰ ਲਈਏ, ਸਵੇਰੇ ਸੰਗਤ ਜਾ ਲਈਏ ਗੁਰੂ ਵੀ ਖੁਸ਼ ਤੇ ਸ਼ਾਮ ਨੂੰ ਮਹਿਖਾਨੇ 'ਚ ਵੀ ਚਲੇ ਜਾਈਏ। ਜਿਵੇਂ ਅਦੀਪ ਕਹਿੰਦਾ ਚੰਦਾ ਵੀ ਦੇਤੇ हैं मस्जिद में, ਕਹਿੰਦੇ शराब भी पीते हैं महखाने में, खुदा भी नाराज ना हो और शैतान भी राजी रहे। ਕਹਿੰਦਾ शैतान भी राजी रहे और खुदा भी नाराज ना हो। ਇਹ ਦੋਵੇਂ ਕੰਮ ਰੱਖਣਾ ਚਾਹੁੰਦਾ। ऐसा नहीं होएगा क्योंकि ਤਾਂ ਹੀ ਗੁਰੂ ਨੇ ਕਿਹਾ ਕਿ ਇਹ ਰਸਤਾ ਮਾਰਗ ਵਿਖਮ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਇਹ ਮਾਰਗ ਔਖਾ ਇਸੇ ਸੰਸਾਰ ਛੱਡਣਾ ਪਏਗਾ, ਇੱਕ ਪਾਸਾ ਤੈਨੂੰ ਚੁਣਨਾ ਪਏਗਾ। ਤੋ ਗੁਰਦੇਵ ਪਾਤਸ਼ਾਹ ਕਹਿ ਰਿਹਾ ਕਿ ਇਹ ਮਨ ਨੂੰ ਸਮਝਾ ਰਿਹਾ ਮੈਂ, ਕਹਿੰਦੇ ਮਨ ਸਮਝਦਾ ਨਹੀਂ, ਮੈਂ ਬੜੇ ਯਤਨ ਕਰ ਰਿਹਾ। ਇਹ ਸਾਰੇ ਯਤਨ ਨੇ, ਸੰਗਤ ਵਿੱਚ ਆਉਣਾ, ਕੀਰਤਨ ਸੁਣਨਾ, ਕਥਾ ਸੁਣਨੀ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਹਿਜ ਪਾਠ ਕਰਨਾ, ਸਾਥੀ ਸੇਵਾ ਕਰਨੀ, ਇਹ ਸਾਰੇ ਯਤਨ ਨੇ। ਕਾਹਦੇ ਲਈ? ਮਨ ਜੁੜ ਜਾਏ, ਮਨ ਆਤਮ ਰਸੀ ਹੋ ਜਾਏ। ਇਹ ਕਾਮ ਦਾਮ ਚਾਮ ਤੋਂ ਉੱਤੇ ਉੱਠੇ, ਇਹ ਨਾਮ ਰਸ ਨਾਲ ਜੁੜ ਜਾਏ। ਅਜੇ ਸਾਡੇ ਲਈ ਕਾਮ ਰਸ ਹੈ, ਚਾਮ ਰਸ ਹੈ, ਦਾਮ ਰਸ ਹੈ, ਸਾਡੇ ਲਈ